ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਦ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜੀਓ। ਜਿਸ ਜਲ ਨਿਦ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜੀਓ। ਇਹ ਬਾਣੀ ਹਜ਼ੂਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ। ਬਹੁਤ ਪਿਆਰ ਦੇ ਨਾਲ ਸਾਨੂੰ ਇਹ ਗੱਲ ਸਮਝਾ ਰਹੇ ਨੇ, ਕਿਉਂਕਿ ਅਸੀਂ ਸੋਚਦੇ ਹਾਂ ਸਾਰੇ ਕਿ ਸ਼ਾਇਦ ਇਹ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਇਹ ਸਿਰਫ ਦੁਨਿਆਵੀ ਕੰਮਾਂ ਵਾਸਤੇ ਹੀ ਹੈ, ਔਰ ਹਰ ਇੱਕ ਜੀਵ ਅਸੀਂ ਇਹੋ ਸਮਝਦੇ ਹਾਂ ਕਿ ਖਾਣ ਪੀਣ ਅਤੇ ਬਾਹਰਲੇ ਕੰਮਾਂ ਕਾਰਾਂ ਵਾਸਤੇ ਹੀ ਹੈ। ਇਸ ਲਈ ਅਸੀਂ ਸਾਰੀ ਉਮਰ ਸਾਰੇ ਹੀ ਕੰਮ ਕਰਦੇ ਹਾਂ, ਜਿੰਨੇ ਵੀ ਸਾਡੀਆਂ ਡਿਊਟੀਆਂ ਲੱਗਦੀਆਂ ਨੇ, ਚਾਹੇ ਉਹ ਸਵਾਰਥ ਦੀਆਂ ਨੇ, ਘਰ ਦੀਆਂ ਨੇ, ਕੋਈ ਵੀ ਡਿਊਟੀਆਂ ਨੇ, ਅਸੀਂ ਸਾਰੀਆਂ ਹੀ ਕਰਦੇ ਹਾਂ। ਔਰ ਬੜੀ ਇਮਾਨਦਾਰੀ ਨਾਲ, ਬੜੇ ਜ਼ਿੰਮੇਵਾਰੀ ਦੇ ਨਾਲ ਅਸੀਂ ਸਾਰੀਆਂ ਡਿਊਟੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਮੈਂ ਆਪਣੇ ਘਰਦਿਆਂ ਨੂੰ, ਬਾਹਰਦਿਆਂ ਨੂੰ ਸੁਖੀ ਨਾ ਰੱਖਾਂ, ਖੁਸ਼ ਨਾ ਰੱਖਾਂ। ਹਰ ਤਰ੍ਹਾਂ ਦੀ ਕੋਸ਼ਿਸ਼ ਆਪਣੇ ਵੱਲੋਂ ਕਰਦਾ ਹੈ, ਲੇਕਿਨ ਸਤਿਗੁਰੂ ਜੋ ਸੰਦੇਸ਼ ਦਿੰਦੇ ਨੇ ਕਿ ਅਸੀਂ ਇੱਥੇ ਆਏ ਕਾਹਦੇ ਵਾਸਤੇ ਹਾਂ। ਇਸ ਦੁਨੀਆ ਦੇ ਵਿੱਚ, ਇਸ ਲੋਕ ਦੇ ਵਿੱਚ ਜਿਹੜਾ ਜਨਮ ਲਿਆ ਹੈ, ਜਨਮ ਤਾਂ ਹੋਰ ਵੀ ਬਹੁਤ ਜੀਵਾਂ ਨੇ ਲਿਆ ਹੈ। ਜਿਸ ਤਰ੍ਹਾਂ ਬਾਣੀ ਜੀ ਨੇ ਫਰਮਾਇਆ ਕਿ 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਉਹ ਕਿਹਾ ਕਿ ਮਨੁੱਖ ਨੂੰ ਇਹ ਵਡਿਆਈ ਮਿਲੀ ਹੈ ਕਿ 84 ਲੱਖ ਜੁਨੀਆਂ ਦੇ ਸਰਤਾਜ ਹੈ। ਲੇਕਿਨ ਇਹ ਵੀ ਨਾਲ ਹੀ ਫਰਮਾਇਆ ਕਿ ਇਸ ਪੌੜੀ ਸੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਦਾ। ਕਹਿੰਦੇ ਹੈ ਤੇ ਬਹੁਤ ਦੁਰਲਭ ਦੇ ਆ, ਲੇਕਿਨ ਜੇ ਇਸ ਤੋਂ ਚੁੱਕ ਗਏ ਅਸੀਂ ਇਹ ਕੰਮ ਜਿਸ ਵਾਸਤੇ ਅਸੀਂ ਆਏ ਹਾਂ ਇੱਥੇ, ਜੇ ਉਹ ਕੰਮ ਨਾ ਕੀਤਾ ਤੇ ਫਿਰ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਬਾਕੀ ਜੀਵ ਇੱਥੇ ਬਾਕੀ ਜੂਨਾਂ ਭੋਗ ਰਹੇ ਨੇ, ਉਹਦੇ ਵਿੱਚ ਹੀ ਸਾਨੂੰ ਜਾਣਾ ਪਵੇ। ਕਿਉਂ ਫਰਮਾਇਆ ਕਿ ਇਸ ਪੌੜੀ ਸੇ ਜੋ ਨਰ ਚੁੱਕੇ, ਕਿ ਜੇ ਇਹਦਾ ਮੌਕਾ ਨਾ ਸੰਭਾਲਿਆ ਤਾਂ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਅਸੀਂ ਬਾਕੀ ਜੀਵਾਂ ਨੂੰ ਦੇਖਦੇ ਹਾਂ, ਖਾ ਪੀ ਤਾਂ ਉਹ ਵੀ ਰਹੇ ਨੇ, ਆਪਣੀ ਜ਼ਿੰਦਗੀ ਕੱਟ ਰਹੇ ਨੇ, ਆਪਣੇ ਜੋ ਕੰਮ ਇਨਸਾਨ ਕਰਦਾ ਹੈ ਤਕਰੀਬਨ ਸਾਰੇ ਕੰਮ ਉਹ ਜੀਵ ਵੀ ਕਰਦੇ ਨੇ। ਲੇਕਿਨ ਜੀਵ ਨੂੰ ਇੱਕ ਸਭ ਤੋਂ ਵੱਡੀ ਚੀਜ਼ ਕੀ ਮਿਲੀ ਹੈ, ਇਹਨੂੰ ਜਿਹੜੀ ਬੁੱਧੀ ਮਿਲੀ ਹੈ, ਗਿਆਨ ਮਿਲਿਆ, ਆਕਾਸ਼ ਤੱਤ ਜਿਹੜਾ ਹੈ, ਇਹ ਇਹਨੂੰ ਉਹਨਾਂ ਤੋਂ ਵੱਖ ਕਰਦਾ ਹੈ। ਕਿਉਂਕਿ ਉਹ ਭਗਤੀ, ਉਹ ਪ੍ਰਭੂ ਦਾ ਨਾਮ ਜਪਣਾ ਜਿਹੜਾ ਆ ਉਹ ਇਸ ਚੋਲੇ ਦੇ ਵਿੱਚ ਹੀ ਹੈ। ਇਸ ਕਰਕੇ ਉਹਨੇ ਫਰਮਾਇਆ ਕਿ ਇਸ ਦੇਹੀ ਕੋ ਲੋਚੇ ਦੇਵ, ਕਿ ਦੇਵੀ ਦੇਵਤੇ ਵੀ ਜਿਹੜੇ ਆ ਇਸ ਦੇਹੀ ਨੂੰ ਲੋਚਦੇ ਨੇ। ਲੇਕਿਨ ਸਾਨੂੰ ਉਸ ਚੀਜ਼ ਦਾ ਪਤਾ ਨਹੀਂ ਕਿ ਅਸੀਂ ਆਏ ਕਾਹਦੇ ਵਾਸਤੇ ਹਾਂ। ਠੀਕ ਹੈ, ਡਿਊਟੀਆਂ ਕਰਨੀਆਂ, ਕਰਮ ਦਾ ਦੇਸ਼ ਹੈ, ਕਰਮ ਅਸੀਂ ਸਾਰਿਆਂ ਨੇ ਕਰਨੇ ਆ। ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਦੀ ਅਸੀਂ ਬਾਣੀ ਅੱਜ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਉਹਨਾਂ ਨੇ ਵੀ ਇਹ ਪੰਜ ਤੱਤ ਦਾ ਚੋਲਾ ਜਿਹੜਾ ਸੀ ਇਹ ਨਰ ਦੇ ਵਿੱਚ ਆਏ। ਇਹਦੇ ਵਿੱਚ ਆ ਕੇ ਉਹਨਾਂ ਨੇ ਵਿਆਹ ਸ਼ਾਦੀਆਂ ਵੀ ਕੀਤੀਆਂ, ਬੱਚੇ ਵੀ ਪੈਦਾ ਹੋਏ, ਵਾਈਆਂ ਵੀ ਕੀਤੀਆਂ, ਮਿਹਨਤ ਕੀਤੀ, ਸਾਰੇ ਕੰਮ ਕੀਤੇ ਉਹਨਾਂ ਨੇ। ਲੇਕਿਨ ਫਿਰ ਵੀ ਸਾਰੇ ਕੰਮ ਕਰਦੇ ਕਰਾਉਂਦੇ ਫਿਰ ਵੀ ਉਹ ਵੱਖਰੇ ਦੇ ਵੱਖਰੇ ਰਹੇ। ਉਹੀ ਜੋ ਉਹਨਾਂ ਦਾ ਤਜਰਬਾ ਹੈ ਉਹ ਸਾਨੂੰ ਵੀ ਦੱਸਦੇ ਨੇ। ਉਹ ਫਰਮਾਉਂਦੇ ਨੇ ਕਿ ਕਿਸ ਤਰ੍ਹਾਂ ਦੀ ਰਹਿਣੀ ਹੈ।
ਇਹ ਨਹੀਂ ਕਿ ਅਸੀਂ ਆਪਣੀਆਂ ਡਿਊਟੀਆਂ ਛੱਡ ਕੇ ਭੱਜ ਜਾਣਾ ਹੈ ਕਿਤੇ, ਜਾਂ ਅਸੀਂ ਘਰ ਦੀਆਂ ਡਿਊਟੀਆਂ ਛੱਡ ਦੇਣੀਆਂ ਨੇ, ਜਾਂ ਸੰਸਾਰੀ ਆਪਣੀਆਂ ਡਿਊਟੀਆਂ ਛੱਡ ਕੇ ਅਸੀਂ ਤਾਂ ਕੋਈ ਜੰਗਲਾਂ 'ਚ ਚਲੇ ਜਾਣਾ, ਪਹਾੜਾਂ 'ਚ ਚਲੇ ਜਾਣਾ, ਨਹੀਂ। ਪਰ ਇੱਥੇ ਰਹਿੰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਜੈਸੇ ਜਲ ਮੇ ਕਮਲ ਨਿਰਾਲੇ, ਜਿੱਦਾਂ ਕਮਲ ਦਾ ਫੁੱਲ ਏ ਉਹ ਪਾਣੀ 'ਚ ਚਿੱਕੜ 'ਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਵੱਖਰਿਆ ਰੱਖਦਾ, ਰਹਿੰਦਾ ਜੜ੍ਹਾਂ ਉਹਦੀਆਂ ਵਿੱਚ ਹੀ ਉਹਦੇ, ਲੇਕਿਨ ਫਿਰ ਵੀ ਆਪਣੇ ਆਪ ਨੂੰ ਵੱਖਰਿਆ ਰੱਖਦਾ ਹੈ, ਉਸ ਚਿੱਕੜ ਨੂੰ ਆਪਣੇ ਉੱਤੇ ਨਹੀਂ ਆਉਣ ਦਿੰਦਾ। ਇਸ ਲਈ ਉਹ ਰਹਿਣੀ ਦੱਸਦੇ ਨੇ ਕਿ ਉਹ ਅਸੀਂ ਰਹਿਣੀ ਰੱਖ ਕੇ ਤੇ ਕੰਮ ਕਿਹੜਾ ਕਰਨਾ ਹੈ ਉਹਨੂੰ ਯਾਦ ਰੱਖਣਾ ਕਿ ਕਿਹੜਾ ਕੰਮ ਸਾਨੂੰ ਮਿਲਿਆ। ਫਰਮਾਇਆ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਕਹਿੰਦੇ ਕਿ ਜਿਸ ਅੰਮ੍ਰਿਤ ਨੂੰ ਪਾਉਣ ਵਾਸਤੇ ਅਸੀਂ ਇੱਥੇ ਆਏ ਹਾਂ, ਉਹ ਅੰਮ੍ਰਿਤ ਦੀ ਖੋਜ ਹਰ ਕੋਈ ਲੱਗਾ ਹੈ, ਚਾਹੇ ਕੋਈ ਵੀ ਹੈ। ਹਰ ਇੱਕ ਬੰਦੇ ਦਾ ਜਿੰਨਾ ਦਾਇਰਾ ਹੁੰਦਾ ਉਹਨੂੰ ਲੱਗਦਾ ਹੈ ਕਿ ਸ਼ਾਇਦ ਇੰਨਾ ਹੀ ਸੰਸਾਰ ਹੈ। ਜਿਹੜਾ ਆਪਣੇ ਪਰਿਵਾਰ ਦੇ ਵਿੱਚ ਜਿਹਦਾ ਮੋਹ ਹੈ, ਪਿਆਰ ਹੈ, ਉਹ ਸਮਝਦਾ ਹੈ ਕਿ ਇਹ ਪਰਿਵਾਰ ਹੀ ਸਭ ਕੁਛ ਹੈ। ਜਿਹੜੇ ਕੋਈ ਇਸ ਤੋਂ ਵੱਡੀਆਂ ਡਿਊਟੀਆਂ ਨੇ ਜਿਨ੍ਹਾਂ ਦੀਆਂ, ਉਹਨਾਂ ਦੇ ਆਪਣੇ, ਜਿਸ ਤਰ੍ਹਾਂ ਕੋਈ ਪਿੰਡ ਦਾ ਸਰਪੰਚ ਹੁੰਦਾ ਹੈ, ਕੋਈ ਜ਼ਿਲ੍ਹੇ ਦਾ ਕੋਈ ਮਜਿਸਟਰ ਹੁੰਦਾ ਹੈ, ਫਿਰ ਅੱਗੇ ਕੋਈ ਸਟੇਟ ਦਾ ਹੁੰਦਾ ਹੈ, ਫਿਰ ਕੋਈ ਦੇਸ਼ ਦਾ ਹੁੰਦਾ ਹੈ, ਤਾਂ ਹਰ ਇੱਕ ਦੀ ਆਪਣੀ ਆਪਣੀ ਦੁਨੀਆ ਹੈ। ਲੇਕਿਨ ਸਤਿਗੁਰੂ ਸਾਰੇ ਸੰਸਾਰ ਵਾਸਤੇ ਹੀ ਸੰਦੇਸ਼ ਦਿੰਦੇ ਨੇ। ਉਹ ਉਹਨਾਂ ਨੇ ਫਰਮਾਇਆ ਕਿ ਉਹਨਾਂ ਦਾ ਸੰਦੇਸ਼ ਜਿਹੜਾ ਹੈ ਕਿਸੇ ਇੱਕ ਕੌਮ, ਇੱਕ ਜਾਤੀ ਜਾਂ ਇੱਕ ਵਾਸਤੇ ਨਹੀਂ ਹੈ, ਸਾਰਿਆਂ ਵਾਸਤੇ ਸਾਂਝਾ ਹੈ। ਇੱਕ ਸਭੇ ਸਾਂਝੀ ਵਾਲ ਸਦਾਇਨ, ਕੋਈ ਵੀ ਉਹ 'ਚੋਂ ਬਾਹਰ ਨਹੀਂ ਹੈ। ਲੇਕਿਨ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਵੰਡ ਕੇ ਬੈਠ ਗਏ। ਹਰ ਕੋਈ ਜਿੰਨੇ ਕਿੰਨੇ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ, ਨੈੱਟ ਦਾ ਜ਼ਮਾਨਾ ਹੈ। ਤੁਸੀਂ ਦੇਖੋ, ਫੋਨਾਂ 'ਤੇ ਦੇਖੋ, ਨੈੱਟ 'ਤੇ ਦੇਖੋ, ਦੁਨੀਆ ਦੇ ਪਤਾ ਹੀ ਨਹੀਂ ਕਿੰਨੇ ਕੁ ਧਰਮ ਨੇ, ਔਰ ਹਰ ਕੋਈ ਆਪਣੇ ਧਰਮ ਦੇ ਵਿੱਚ ਉਸ ਚੀਜ਼ ਨੂੰ ਲੱਭ ਰਿਹਾ ਹੈ। ਲੇਕਿਨ ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਹੈ, ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਚਲੋ ਕਿਤੇ ਨਾ ਕਿਤੇ ਜੇ ਵਾਕਈ ਧਰਮਾਂ ਦੀ ਗੱਲ ਹੁੰਦੀ ਤਾਂ ਹੋ ਸਕਦਾ ਹੈ ਕੋਈ ਇੱਕ ਧਰਮ ਵਾਲੇ ਸੁਖੀ ਹੁੰਦੇ, ਕੋਈ ਚਾਹੇ ਉਹ ਹਿੰਦੂ ਨੇ, ਚਾਹੇ ਉਹ ਸਿੱਖ ਨੇ, ਚਾਹੇ ਈਸਾਈ ਨੇ, ਚਾਹੇ ਮੁਸਲਿਮ ਨੇ, ਕੋਈ ਵੀ ਇੱਕ ਐਸੀ ਕੋਈ ਹੁੰਦੀ ਕਿ ਬਈ ਉਹਨਾਂ ਨੂੰ ਭੇਤ ਮਿਲ ਗਿਆ, ਉਹ ਸਭ ਸੁਖੀ ਨੇ, ਬਾਕੀ ਸਾਰੇ ਦੁਖੀ ਨੇ। ਪਰ ਅਸੀਂ ਸਾਰੇ ਹੀ ਦੁਖੀ ਹਾਂ। ਕੋਈ ਵੀ ਧਰਮ, ਕੋਈ ਵੀ ਜਾਤੀ ਹੋਵੇ, ਕੋਈ ਵੀ ਨਹੀਂ ਬਾਂਹ ਖੜੀ ਕਰਕੇ ਕਹਿੰਦਾ ਕਿ ਨਹੀਂ ਮੈਂ ਹਰ ਤਰ੍ਹਾਂ ਸੁਖੀ ਹਾਂ, ਕਿਉਂਕਿ ਉਹਨਾਂ ਨੇ ਬਚਨ ਬਾਣੀ ਨੂੰ ਪੜ੍ਹਾ ਕਿ ਏਕ ਏਕ ਦੁੱਖ ਸਭਨ ਕੋ, ਸੁਖੀ ਸੰਤ ਕਾ ਦਾਸ। ਜਦੋਂ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ, ਫਿਰ ਦੁੱਖਾਂ ਦਾ ਖਾਤਮਾ ਹੋਏਗਾ। ਹੁਣ ਉਹਦਾ ਹੀ ਭੇਤ ਦੱਸ ਰਹੇ ਨੇ, ਰੋਂਦੇ ਨੇ ਕਿ ਅਸੀਂ ਵੰਡੀਆਂ ਪਾ ਲੈਂਦੇ ਹਾਂ, ਅਸੀਂ ਇੱਕ ਦੂਜੇ ਨੂੰ ਆਪਣੇ ਦਿਮਾਗ ਉਹਦੇ ਨਾਲ ਹੀ ਸਮਝਾਉਣ 'ਚ ਲੱਗੇ ਰਹਿੰਦੇ ਹਾਂ, ਲੇਕਿਨ ਗੁਰੂ ਦੇ ਵਚਨ ਨੂੰ ਕੋਈ ਨਹੀਂ ਮੁੱਖ ਰੱਖਦਾ। ਅਸੀਂ ਸਾਰੇ ਜਿੰਨੇ ਵੀ ਧਰਮ ਨੇ ਆਪਣੇ ਆਪਣੇ ਮਨ ਨੂੰ ਮੁੱਖ ਰੱਖ ਕੇ ਆਪਣੇ ਤਰੀਕੇ ਨਾਲ ਆਪਣਾ ਗਿਆਨ ਕਰੀ ਜਾਂਦੇ ਹਾਂ, ਪਰ ਗੁਰੂ ਦਾ ਗਿਆਨ ਕੋਈ ਨਹੀਂ ਲੈਂਦਾ। ਗੁਰੂ ਜਿਹੜਾ ਰਸਤਾ ਦੱਸਦਾ ਹੈ ਉਧਰ ਨੂੰ ਕੋਈ ਨਹੀਂ ਤੁਰਦਾ। ਜੇ ਗੁਰੂ ਦਾ ਵਚਨ ਜਿਹੜਾ ਆ ਅਸੀਂ ਚੰਗੀ ਤਰ੍ਹਾਂ ਸਮਝ ਲਈਏ, ਸਾਨੂੰ ਪਤਾ ਲੱਗ ਜਾਵੇ, ਤੇ ਫਿਰ ਕਿਹੜੀ ਐਸੀ ਚੀਜ਼ ਹੈ ਕਿ ਜਿਹੜੀ ਸਾਡੇ ਤੋਂ ਦੂਰ ਹੈ। ਇਸ ਲਈ ਬੜਾ ਸਾਫ਼ ਸੰਦੇਸ਼ ਦੇ ਰਹੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰੂ ਤੇ ਪਾਹੀ ਜੀ। ਕਹਿੰਦੇ ਕਿ ਜਿਸ ਵਾਸਤੇ ਅਸੀਂ ਜਨਮ ਲਿਆ ਹੈ, ਜਿਸ ਅੰਮ੍ਰਿਤ ਦੀ ਖੋਜ ਵਿੱਚ ਅਸੀਂ ਇੱਥੇ ਆਏ ਹਾਂ, ਉਹ ਜਿਹੜਾ ਅੰਮ੍ਰਿਤ ਹੈ ਉਹ ਕਹਿੰਦੇ ਨੇ ਗੁਰੂ ਦੇ ਪਾਸ ਹੈ। ਸੋ ਅੰਮ੍ਰਿਤ ਗੁਰ ਤੇ ਪਾਹੀ, ਗੁਰ ਪਾਹੀ ਜੀ। ਉਹ ਅੰਮ੍ਰਿਤ ਜਿਹੜਾ ਹੈ ਗੁਰੂ ਦੇ ਪਾਸ ਹੈ। ਲੇਕਿਨ ਇੱਥੇ ਵੀ ਇੱਕ ਮਨ 'ਚ ਸ਼ੰਕਾ ਉੱਠਦੀ ਹੈ ਕਿ ਅਸੀਂ ਸਾਰੇ ਹੀ ਗੁਰੂ ਵਾਲੇ ਹਾਂ, ਜਿੰਨੇ ਵੀ ਅਸੀਂ ਬੈਠੇ ਹਾਂ, ਇੱਥੇ ਵੀ ਬੈਠੇ ਹਾਂ, ਚਾਹੇ ਭਾਵੇਂ 500 1000 ਭਾਵੇਂ 10 ਲੱਖ ਬੰਦਾ ਬੈਠਾ ਹੋਵੇ, ਹਰ ਇੱਕ ਦੇ ਮਨ 'ਚ ਹੁੰਦਾ ਕਿ ਅਸੀਂ ਗੁਰੂ ਵਾਲੇ ਹਾਂ। ਲੇਕਿਨ ਜਦੋਂ ਸਤਿਗੁਰਾਂ ਦਾ ਸੰਦੇਸ਼ ਸੁਣਦੇ ਹਾਂ ਤਾਂ ਉਹਦੇ 'ਚ ਉਹਨਾਂ ਨੇ ਫਰਮਾਇਆ ਹੈ ਕਿ ਗੁਰੂ ਵਾਲੇ ਦੀ ਜਿਹੜੀ ਦਸ਼ਾ ਹੀ ਕੁਛ ਹੋਰ ਹੁੰਦੀ ਹੈ। ਬਾਣੀ ਜੀ ਸਤਿਗੁਰਾਂ ਨੇ ਫਰਮਾਇਆ ਹੈ, ਗੁਰੂ ਕਾ ਸੇਵਕ ਦਹਿ ਦਿਸ ਜਾਪੇ, ਗੁਰੂ ਕੇ ਸਿੱਖ ਕੋ ਦੁੱਖ ਨਾ ਵਿਆਪੇ। ਲੇਕਿਨ ਜੇ ਗੁਰੂ ਦੇ ਸਿੱਖ ਹਾਂ, ਅਸੀਂ ਵਾਕਈ ਹੀ ਸਾਰੇ ਗੁਰੂ ਵਾਲੇ ਹਾਂ, ਫਿਰ ਅਸੀਂ ਦੁਖੀ ਕਿਉਂ ਹਾਂ? ਇਹਦਾ ਮਤਲਬ ਕਿ ਜਾਂ ਤੇ ਬਾਣੀ ਗਲਤ ਕਹਿ ਰਹੀ ਆ, ਜਾਂ ਅਸੀਂ ਗਲਤ ਹਾਂ ਕਿਤੇ ਨਾ ਕਿਤੇ, ਕਿਉਂਕਿ ਅਸੀਂ ਆਪਣੇ ਮਨ ਮੁਤਾਬਕ ਨਾ ਚੱਲ ਰਹੇ ਹਾਂ। ਹਾਂ, ਬਾਣੀ ਨਹੀਂ ਗਲਤ ਹੋ ਸਕਦੀ, ਉਹਨਾਂ ਦੇ ਵਚਨ ਗਲਤ ਨਹੀਂ ਹੋ ਸਕਦੇ, ਸਾਨੂੰ ਵਿਚਾਰ ਜ਼ਰੂਰ ਕਰਨਾ ਪਏਗਾ।
ਜਦੋਂ ਅਸੀਂ ਆਪਣੇ ਵੱਲ ਥੋੜ੍ਹੀ ਨਿਗਾਹਬਾਨੀ ਕਰਾਂਗੇ, ਧਿਆਨ ਦੇਵਾਂਗੇ, ਤਾਂ ਸਾਨੂੰ ਸਮਝ ਆਏਗੀ ਕਿ ਵਾਕਈ ਹੀ ਬਾਣੀ ਦੇ ਵਿੱਚ ਕੋਈ ਉਹਨਾਂ ਨੇ ਜੋ ਵੀ ਉਹਨਾਂ ਨੇ ਲਿਖਿਆ, ਉਹਨਾਂ ਨੇ ਇੱਕ ਇੱਕ ਚੀਜ਼ ਤਜਰਬੇ ਨਾਲ ਫਰਮਾਈ ਹੈ। ਲੇਕਿਨ ਸਾਡੀ ਸਮਝ ਨਹੀਂ ਆਈ, ਕਿਉਂਕਿ ਅਸੀਂ ਆਪਣੇ ਦਿਮਾਗ ਜਿੰਨੀ ਸੋਚ ਜਾਂ ਵਿਚਾਰਾਂ ਦੇ ਮੁਤਾਬਕ ਹਰ ਇੱਕ ਚੀਜ਼ ਨੂੰ ਖੋਲ੍ਹ ਕੇ ਅਸੀਂ ਉਹਦਾ ਕਰਦੇ ਹਾਂ। ਲੇਕਿਨ ਸਾਡੀ ਦਿਮਾਗ, ਸਾਡੀ ਸੋਚ ਦੇ ਵਿੱਚ ਕੋਈ ਘਾਟ ਹੋ ਸਕਦੀ ਹੈ। ਇਹ ਨਹੀਂ ਹੈ ਕਿ ਸਾਨੂੰ ਸਮਝ ਨਹੀਂ ਆ ਰਹੀ ਅਤੇ ਉਹਨਾਂ ਦੇ ਵਚਨ ਗਲਤ ਹੋ ਗਏ। ਉਹਨਾਂ ਨੇ ਜੋ ਫਰਮਾਇਆ ਹੈ ਉਹ ਪੂਰਾ ਹੀ ਹੈ। ਜਿੰਨੀ ਕੁ ਸਾਨੂੰ ਸਮਝ ਆਈ ਹੈ ਉਹਨਾਂ ਕੁ ਸਾਨੂੰ ਪਤਾ ਲੱਗ ਗਿਆ ਹੈ। ਜਿੰਨੇ ਅੱਗੇ ਆਏਗੀ ਉਹਨਾਂ ਪਤਾ ਲੱਗਦਾ ਜਾਏਗਾ। ਹੁਣ ਜਿਹੜੀ ਗੁਰੂ ਪਾਸ ਉਹਨਾਂ ਨੇ ਕਿਹਾ ਕਿ ਸੋ ਅੰਮ੍ਰਿਤ ਗੁਰ ਪਾਹੀ ਜੀਓ। ਹੁਣ ਗੁਰੂ ਦੇ ਪਾਸ ਅੰਮ੍ਰਿਤ 'ਤੇ ਅਸੀਂ ਸਾਰੇ ਗੁਰੂ ਦੇ ਪਾਸ ਜਾਂਦੇ ਹਾਂ, ਗੁਰੂ ਦੇ ਪਾਸ ਬੈਠਦੇ ਹਾਂ, ਗੁਰੂ ਦੀਆਂ ਗੱਲਾਂ ਸੁਣਦੇ ਹਾਂ, ਵਚਨ ਸੁਣਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਪਰ ਫਿਰ ਵੀ ਸਾਡੀ ਉਹ ਦਸ਼ਾ ਕਿਉਂ ਨਹੀਂ ਬਦਲਦੀ? ਕਿਉਂ ਨਹੀਂ ਉਹ ਜਿਹੜਾ ਸੁੱਖ, ਕਿਉਂ ਨਹੀਂ ਉਹ ਗੁਰੂ ਦੇ ਦਰਸ਼ਨ ਹੁੰਦੇ, ਕਿਉਂ ਨਹੀਂ ਗੁਰੂ ਦਾ ਨਾਮ ਜਿਹੜਾ ਅੰਦਰ ਠਹਿਰਦਾ? ਉਹਦੇ ਬਾਰੇ ਸਾਨੂੰ ਅਗਲੇ ਸ਼ਬਦ ਦੇ ਵਿੱਚ ਦੱਸ ਰਹੇ ਨੇ ਕਿ ਕਿਉਂ ਸਾਨੂੰ ਉਹ ਗੁਰੂ ਨੂੰ ਮਿਲ ਕੇ ਵੀ ਅੰਮ੍ਰਿਤ ਨਹੀਂ ਮਿਲਦਾ। ਔਰ ਜੇ ਅਸੀਂ ਉਸ ਅੰਮ੍ਰਿਤ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਫਿਰ ਗੁਰੂ ਦੇ ਬਚਨਾਂ ਨੂੰ ਅੱਛੀ ਤਰ੍ਹਾਂ ਸਮਝ ਕੇ ਉਹਨਾਂ ਬਚਨਾਂ ਨੂੰ ਅਪਣਾਉਣਾ ਪਏਗਾ। ਗੁਰੂ ਕੋਈ ਕਿਸੇ ਨੂੰ ਵੀ ਉਹਨੇ ਫਰਮਾਇਆ ਕਿ ਉਪਦੇਸ਼ ਸਭ ਨੂੰ ਕੋ ਸਾਂਝਾ, ਸਾਰਿਆਂ ਦੇ ਵਾਸਤੇ। ਬਾਣੀ 'ਚ ਫਰਮਾਇਆ ਕਿ 4 ਵਰਨੋਂ ਉਹਨਾਂ ਨੇ ਦੱਸਿਆ ਕਿ ਉਪਦੇਸ਼ ਕੋਈ ਇੱਕ ਕੋਈ ਜਾਤ ਧਰਮ ਨਾਲ ਕਿਸੇ ਨਾਲ ਨਹੀਂ ਕੋਈ ਕਿਹਾ ਕਿ ਸਿਰਫ ਇਹਨਾਂ ਵਾਸਤੇ ਮੈਂ ਵਚਨ ਕਰ ਰਿਹਾ। ਇਸ ਕਰਕੇ ਜੋ ਵੀ ਵਚਨ ਨੂੰ ਫਰਮਾ ਰਹੇ ਨੇ ਬੜੇ ਧਿਆਨ ਨਾਲ ਅਸੀਂ ਅੱਗੇ ਸੁਣੀਏ ਕਿ ਅੰਮ੍ਰਿਤ ਤੇ ਉਹਨਾਂ ਨੇ ਦੱਸ ਦਿੱਤਾ ਕਿ ਗੁਰੂ ਦੇ ਪਾਸ ਹੈ, ਲੇਕਿਨ ਅੰਮ੍ਰਿਤ ਨੂੰ ਪਾਉਣ ਵਾਸਤੇ ਕਿਹੜੀ ਜੁਗਤੀ ਹੈ, ਕਿਹੜੀ ਚੀਜ਼ ਕਰਕੇ ਜਾਂ ਕਿਹੜਾ ਐਸਾ ਯਤਨ ਕਰਕੇ ਉਹ ਗੁਰੂ ਦਾ ਅੰਮ੍ਰਿਤ ਪਾ ਸਕਦੇ ਆ। ਹਾਂਜੀ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਹੁਣ ਅਸੀਂ ਜਿਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਇੱਥੇ ਬਹੁਤ ਹੀ ਵੱਖ ਤਰ੍ਹਾਂ ਦੇ ਲੋਕ ਨੇ। ਹਰ ਕੋਈ ਆਪਣੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਹਰ ਕੋਈ ਬੰਦਾ ਸੋਚਦਾ ਹੈ ਕਿ ਬਈ ਮੈਂ ਕਿਸੇ ਨਾ ਕਿਸੇ ਤਰ੍ਹਾਂ ਸੁਖੀ ਹੋ ਜਾਵਾਂ, ਚਾਹੇ ਉਹ ਛਲ ਕਰਕੇ, ਚਤੁਰਾਈ ਕਰਕੇ, ਜਿਸ ਤਰ੍ਹਾਂ ਦਾ ਮਰਜ਼ੀ ਯਤਨ ਕਰਕੇ ਅਸੀਂ ਚਾਹੁੰਦੇ ਹਾਂ ਕਿ ਗਲਤ ਮਲਤ ਤਰੀਕੇ ਨਾਲ ਸਾਡੇ ਕੋਲ ਧਨ ਇਕੱਠਾ ਹੋ ਜਾਵੇ, ਅਸੀਂ ਲੋਕਾਂ ਨਾਲ ਗੱਲਾਂ ਕਰਕੇ ਖੁਸ਼ ਕਰ ਲਈਏ। ਜਿਸ ਤਰੀਕੇ ਦੇ ਨਾਲ ਵੀ ਅਸੀਂ ਸੁਖੀ ਹੋ ਸਕਦੇ ਹਾਂ ਉਹ ਅਸੀਂ ਯਤਨ ਕਰਦੇ ਹਾਂ। ਲੇਕਿਨ ਇਹ ਜਿਹੜੇ ਯਤਨ ਨੇ ਦੁਨੀਆ 'ਚ ਚੱਲ ਸਕਦੇ ਨੇ, ਕਿਉਂਕਿ ਦੁਨੀਆ ਵਾਲੇ ਸਾਰੇ ਅਸੀਂ ਇੱਕੋ ਜਿਹੇ ਹੀ ਹਾਂ। ਸਾਡੇ ਕੋਲ ਜਿਹੜੀਆਂ ਅੱਖਾਂ ਨੇ, ਕੰਨ ਨੇ, ਇੱਕੋ ਜਿਹੇ ਨੇ ਸਾਰੇ। ਹੁਣ ਉਹ ਜਿਹੜੇ ਯਤਨ ਨੇ ਦੁਨੀਆ 'ਚ ਕਾਮਯਾਬ ਕਿਤੇ ਨਾ ਕਿਤੇ ਹੋ ਵੀ ਜਾਂਦੇ ਨੇ। ਕਈ ਬੜੇ ਚਲਾਕ, ਚੁਸਤ ਜਾਂ ਬੜੇ ਐਸੇ ਲੋਕ ਹੁੰਦੇ ਨੇ, ਘਰਾਂ ਦੇ ਵਿੱਚ ਵੀ, ਪਰਿਵਾਰਾਂ ਦੇ ਵਿੱਚ ਵੀ ਹੁੰਦੇ ਨੇ, ਸਮਾਜ ਵਿੱਚ ਵੀ ਬਾਕੀ ਵੀ ਹੁੰਦੇ ਨੇ, ਜਿਹੜੇ ਗੱਲਾਂ ਬਾਤਾਂ ਨਾਲ ਹੀ ਲੋਕਾਂ ਨੂੰ ਖੁਸ਼ ਕਰ ਲੈਂਦੇ। ਗੱਲਾਂ ਬਾਤਾਂ ਕਰਕੇ ਹੀ, ਚਾਪਲੂਸੀਆਂ ਕਰਕੇ ਇੱਕ ਦੂਸਰੇ ਦਾ ਮਨ ਜਿੱਤ ਕੇ ਅਤੇ ਕੁਛ ਨਾ ਕੁਛ ਟਾਈਮ ਵਾਸਤੇ ਆਪਣੇ ਆਪ ਨਾਲ ਜਿਹੜਾ ਉੱਚਾ ਕਿਰਦਾਰ ਕਰ ਲੈਂਦੇ ਨੇ। ਅਸੀਂ ਵੀ ਸਮਝ ਲੈਂਦੇ ਹਾਂ, ਔਰ ਫਿਰ ਜਦੋਂ ਇੱਕ ਟਾਈਮ ਲੰਘਦਾ ਫਿਰ ਅਸੀਂ ਕਹਿੰਦੇ ਹਾਂ ਕਿ ਉਹ ਮੇਰੇ ਨਾਲ ਤਾਂ ਧੋਖਾ ਹੋ ਗਿਆ, ਮੈਂ ਤਾਂ ਇਹਨੂੰ ਬਹੁਤ ਚੰਗਾ ਸਮਝਿਆ ਸੀ ਪਰ ਇਹ ਤਾਂ ਇਸ ਤਰ੍ਹਾਂ ਨਿਕਲਿਆ। ਕਈ ਵਾਰ ਮੌਕਾ ਹੀ ਐਸਾ ਨਿਕਲ ਜਾਂਦਾ ਹੱਥੋਂ ਕਿ ਜਿਸ ਤਰ੍ਹਾਂ ਕੋਈ ਚਲਾਕੀ ਦੇ ਨਾਲ ਜਾਂ ਠੱਗੀ ਨਾਲ ਸਾਡੇ ਕੋਲ ਸਭ ਕੁਝ ਹੀ ਲੁੱਟ ਲੈਂਦਾ ਹੈ। ਬਾਅਦ 'ਚ ਸਮਝ ਵੀ ਆ ਜਾਏ ਕੋਈ ਫਾਇਦਾ ਨਹੀਂ ਹੁੰਦਾ। ਲੇਕਿਨ ਜੇ ਉਹੀ ਚੀਜ਼ਾਂ ਅਸੀਂ ਕਹੀਏ ਗੁਰੂ ਨਾਲ ਕਰ ਲਈਏ, ਹੁਣ ਸਭ ਨੂੰ ਪਤਾ ਹੈ ਕਿ ਗੁਰੂ ਜਿਹੜਾ ਆ ਉਹਦੇ ਭੰਡਾਰ 'ਚ ਕੋਈ ਕਮੀ ਨਹੀਂ ਹੈ, ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੈ। ਜਿੱਥੋਂ ਤੱਕ ਸਾਡੇ ਦਿਮਾਗ ਜਾਂਦਾ ਹੈ ਉਸ ਤੋਂ ਵੀ ਗਾਂਹ ਤੱਕ ਉਹਦੇ ਕੋਲ ਸਭ ਵਸਤਾਂ ਹੈਗੀਆਂ ਨੇ। ਲੇਕਿਨ ਜੇ ਅਸੀਂ ਇਹ ਸੋਚੀਏ ਕਿ ਅਸੀਂ ਗੱਲਾਂ ਬਾਤਾਂ ਦੇ ਨਾਲ ਜਾਂ ਬਾਹਰਲੀ ਕਿਸੇ ਚੀਜ਼ ਦੇ ਨਾਲ ਅਸੀਂ ਗੁਰੂ ਨੂੰ ਭਰਮਾ ਕੇ ਅਤੇ ਗੁਰੂ ਨਾਲ ਚਤਰਾਈ ਕਰਕੇ ਅਤੇ ਅਸੀਂ ਉਹ ਚੀਜ਼ਾਂ ਉਹਦੇ ਕੋਲੋਂ ਛੱਲ ਲਈਏ, ਕਦੀ ਵੀ ਨਹੀਂ ਹੋ ਸਕਦਾ। ਇਸ ਲਈ ਉਹਨਾਂ ਨੇ ਸਾਫ਼ ਹੀ ਫਰਮਾਇਆ ਕਿ ਗੁਰੂ ਦੇ ਪਾਸ ਅੰਮ੍ਰਿਤ ਤਾਂ ਹੈ, ਲੇਕਿਨ ਜੇ ਅਸੀਂ ਪਾਉਣਾ ਚਾਹੁੰਦੇ ਹਾਂ, ਚਾਹੇ ਅਸੀਂ ਕਿਤੇ ਵੀ ਜਾਂਦੇ ਹਾਂ, ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਈਸਾਈ ਹਾਂ, ਜੈਨੀ ਹਾਂ, ਕੋਈ ਗੱਲ ਨਹੀਂ, ਜੋ ਮਰਜ਼ੀ ਹੈ, ਪਰਮਾਤਮਾ ਤਾਂ ਇੱਕੋ ਹੀ ਹੈ। ਅਸੀਂ ਸਾਰੇ ਕਹਿੰਦੇ ਵੀ ਹਾਂ ਕਿ ਗੋਡ ਇਜ਼ ਵਨ,
लेकिन मनते कोई नहीं है। लड़ाइयाँ इसे गल दियां ने क्योंकि हर कोई अपना डंका वजाई जाता है कि नहीं गुरु मेरे कोल ही है, गुरु का मैनू ही पता लगा है, बाकियां किसी को नहीं पता लगा। लेकिन हर धर्म च हर जाति दे विच हर एक उस उन्होंने आके दसिया कि हर एक ने गुरु की प्राप्ति की है। चाहे कबीर साहब होए, चाहे रविदास जी आए, चाहे गुरु नानक साहब 10 पातशाही आए हैं, चाहे होर भी कोई होर, हर एक ने अपने अपने उस गुरु की खुशी प्राप्त करके ते बई उस परमात्मा की खोज की और पाया उन्होंने। लेकिन अज असी क्यों हालत बदल गई? क्योंकि असी उही चीज़ों नूं जो दुनिया दे विच असी करते हैं, उही गुरु नूं गुरु करके भी गुरु के सामने भी वो छल चतराइयाँ करी जाते हैं। हुण उन्होंने इस करके साफ ही कर दिता, छोड़ो वेस भेख चतुराई। कहते कि जे गुरु के पासों अमृत की प्राप्ति चाहते हो तो फिर ये चीज़ां छड्ड दो। वेस मतलब कि बाहरला वेस बनाने की लोड़ नहीं, कोई भेख बनाने की लोड़ नहीं, कोई चतुराई कर जिद्दां दे हैगे गुरु के सामने आ तो वो गुरु सब कुछ दिंदा है। छोड़ो वेस भेख चतुराई, दुबदा है फल नहीं जी। दुबदा मतलब मन दे विच हमेशा ही शंका, जदों तक तो साडी चीज़ पूरी होंदी। असीं अज देखते हैं किहड़ा धर्म ऐसा है कि जिहदे विच बदलाव नहीं हो रहा। ਜਿਹੜੇ बड़े बड़े धर्मी लोग है अपना धर्म छड्ड के दूजिਆਂ ਦੇ ਵਿੱਚ ਜਾਈ ਜਾਂਦੇ ਨੇ, ਕਾਹਦੇ ਵਾਸਤੇ? एक टाइम ਦੇ ਤੇ ਕਹਿੰਦੇ ਨੇ ਮੰਨਦੇ ਨੇ कि ਸਾਡਾ गुरु बहुत ਡਾਢਾ है, ਸਾਡਾ गुरु बहुत ਵੱਡਾ है। लेकिन कदों तक ਵੱਡਾ है, कदों तक उत्ते विश्वास है? जदों तक साडे काम ठीक ठाक ਚੱਲਦੇ ਨੇ। ਜਦੋਂ थोड़ी जी कोई डावाडोली आई, किसी गल का भी कोई टाइम लगा, असी सब तो पहले ਉਹੀ सोचते, कोई कहता है वो फलाने थां ते कोई बाबा है उत्थे चल, फलाने थां ते कोई पीर की जगह है चल उत्थे चल, उत्थे जाएगा तेरी बीमारी दूर हो जाएगी, उत्थे जाएगा तेरे घर च बरकत पैनी शुरू हो जाएगी, फलानी थां ते जाएगा जे कोई तेरी कोई घर च कमी है, कोई बच्चे की कमी है किसी, तो उत्थे जाके पूरी हो जाएगी। असी अपने गुरु नूं समर्थ समझिया ही नहीं। अपने गुरु के कोलों असी झट असी डोल कहने चलो उत्थे चले जाने। जे इन्ना कि साडा विश्वास भरोसा है तो फिर असी वो जिहड़ा अमृत नहीं पा सकते। ये संसारी चीज़ां तो बई हर थां तो ये अपने कर्मां के मुताबिक ने टाइम टाइम के नाल आपे हो ही जानियां ने, सब कुछ हो जाना है। लेकिन गुरु के पास जाके कोशिश करिए गुरु नूं ही मंगीए। जे गुरु कोलों गुरु नूं मंग लिया तो फिर बई सारा संसार दीयां दौलतां इहदे पिछे आ जाणगीआं। पर जे गुरु कोल जाके भी ये संसारी चीज़ां ही मंगी जाता है तो फिर अजे पता ही नहीं लग्या कि गुरु किस ताकत का नाम है। इसलिए फरमाया उन्होंने कि छोड़ो वेस भेख चतुराई, दुबदा है फल नहीं। जे दुबदा च ही पे रहे, 2 कदम इधर पुट ले, 2 कदम दूसरे पासे पुट ले, जिस तरह असीं इत्थे बैठे हैं, असीं एक पासे बटाला, एक पासे अमृतसर, एक पासे फतेहगढ़। हुण जे असीं 2 किलोमीटर बटाले वाल नूं चल पईए, फिर सोचिए नहीं नहीं इधर नहीं, फिर 2 किलोमीटर फतेहगढ़ नूं चले जाइए, कभी किसी पासे नूं, तो असीं सारा दिन की महीनों बदी भी घूमते रहिए, मंजिल कोई नहीं हुई है। एक पासे चलांगे चलो कुछ ना कुछ तो मिलेगा। इसलिए कहते कि दुबदा नाल नहीं गल बननी। असीं इत्थे जमींदार बैठे हैं, असीं देखते हैं खेतियां करते हैं, कोई बीज बीजते हैं, बीज के असीं जे सोचीए कि बई ये बीज हुण पुट के देखिए कि अज बीज तो दिता, मिट्टी दे विच रला दिता है, पुट के देखिए कि औंकर मारिया भी इन्हें कि नहीं, ये उग्या भी है कि नहीं। जे बार बार उन्होंने पुट पुट के वेखी जावांगे तो जिहड़ा उन्हें उगना वो भी नहीं उगना है। हाँ जे छड्ड दिता है उस विश्वास करके कि अपना असीं कर्म कर दिता है, हुण आपे ही वो भी परमात्मा मेहर करेगा, फिर वो जरूर ही उहदे ते बाहर आएगी। इसे करके सब तो पहले उन्होंने कहा मिटा दे अपनी हस्ती को, गर कुछ मर्तबा चाहे कि दाना खाक में मिलकर गुले गुलजार होता है। अपने आप को मिटाना पैंदा है। बाणी च कितनी बार सतगुरां ने वचन आए कि पहला मरण कबूल कर, जीवन की छड्ड आस, सबना की हो रेणका तब आओ हमारे पास। कोई उन्होंने भरम नहीं रखा किसी गल का। बड़े खोल खोल के वचन फरमाए कि जे तोहे प्रेम खेलन का चाओ, सिर धर तली गली मोरी आओ। हित मार्ग प्यार तरीजे, सिर दीजे कान न कीजे। दुविधा च असीं पै रहे तो बार बार तो फिर वो गल नहीं बनेगी। इस करके फरमाया कि छोड़ो वेस भेख चतुराई, दुविधा है फल ना ही जियो। हाँ जी, छोड़ो वेस भेख
ਚਤਰਾਈ ਦੁਬਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜੀਓ। ਫਰਮਾਉਂਦੇ ਨੇ ਕਿ ਮਨ ਰੇ ਥਿਰ ਰਹੋ। ਉਹੀ ਚੀਜ਼ ਕਿ ਭਟਕਣਾ ਛੱਡ ਦਈਏ। ਜੇ ਬਾਰ-ਬਾਰ ਅਸੀਂ ਡੋਲਦੇ ਹੀ ਫਿਰਦੇ ਹਾਂ ਤੇ ਨਿਸ਼ਾਨਾ ਕਿੱਦਾਂ ਲੱਗੇਗਾ? ਕੋਈ ਬਾਹਰਲੇ ਤੌਰ ਤੇ ਕੋਈ ਨਿਸ਼ਾਨਾ ਲਗਾਉਂਦਾ ਕਿਸੇ ਕੋਈ ਤੀਰ ਕਮਾਨ ਲੈ ਕੇ ਕੋਈ ਕਿਸੇ ਚੀਜ਼ ਦਾ ਵੀ, ਤੇ ਉਹ ਐ ਆਪਣੇ ਸਾਹ ਵੀ ਰੋਕ ਲੈਂਦਾ ਹੈ ਕਿ ਜਰਾ ਜਾ ਕੇ ਤੇ ਹੱਥ ਹਿੱਲ ਨਾ ਜਾਵੇ। ਅਸੀਂ ਮਨ ਨਾਲ ਨਿਸ਼ਾਨਾ ਲਗਾਉਣਾ ਚਾਹੁੰਦੇ ਹਾਂ ਗੁਰੂ ਵਾਲੇ ਪਾਸੇ, ਲੇਕਿਨ ਮਨ ਜਿਹੜਾ ਸਾਡਾ ਖਲੋਂਦਾ ਨਹੀਂ ਇੱਕ ਜਗ੍ਹਾ ਤੇ, ਬਾਰ-ਬਾਰ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਅਸੀਂ ਹਾਲਤ ਦੇਖੀਏ, ਕਈ ਵਾਰ ਦੱਸਿਆ ਹੈ ਕਿ ਸਤਸੰਗ 'ਚ ਕਹਿ ਲਈਏ, ਕੀਰਤਨ 'ਚ ਕਹਿ ਲਈਏ, ਗੁਰਦੁਆਰੇ ਕਹਿ ਲਈਏ, ਮੰਦਰ ਕਿਤੇ ਵੀ ਹੋਵੇ, ਕਿੰਨੀ ਕੁ ਦੇਰ ਅਸੀਂ ਬੈਠਦੇ ਹਾਂ? ਵਿਚਾਰ ਕਰੀਏ ਕਿੰਨੀ ਕੁ ਦੇਰ ਅਸੀਂ ਉੱਥੇ ਜਾਂਦੇ ਹਾਂ। ਪਾਉਣਾ ਅਸੀਂ ਗੁਰੂ ਕੋਲ ਸਭ ਕੁਝ ਚਾਹੁੰਦੇ ਹਾਂ, ਦੁਕਾਨਾਂ ਅਸੀਂ ਕਰਦੇ ਹਾਂ, ਵਾਹੀ ਕਰਦੇ ਹਾਂ, ਇੱਕ ਦਿਨ ਵੀ ਕੋਈ ਕੰਮ ਪੈ ਜਾਏ ਅਸੀਂ ਕਹਿੰਦੇ ਹਾਂ ਨਾ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡਾ ਨੁਕਸਾਨ ਹੋ ਜਾਏਗਾ ਜੇ ਅਸੀਂ ਗਏ ਤੇ। ਦੁਕਾਨਾਂ ਨਹੀਂ ਬੰਦ ਕਰਦੇ, ਕਾਰੋਬਾਰ ਨਹੀਂ ਕਰਦੇ, ਕਾਹਦੇ ਵਾਸਤੇ? ਕਿ ਸਿਰਫ ਪਤਾ ਹੈ ਕਿ ਸਾਨੂੰ ਥੋੜ੍ਹਾ ਟਿਕਣਾ ਪੈਣਾ ਇਸ 'ਤੇ। ਲੇਕਿਨ ਗੁਰੂ ਵਾਲੇ ਪਾਸੇ ਚੱਲਦੇ ਹਾਂ, ਮਨ ਥੋੜ੍ਹੀ ਦੇਰ ਵੀ ਨਹੀਂ ਟਿਕਦਾ। ਆਪਣੇ ਮਨ ਮਰਜ਼ੀ ਦੇ ਨਾਲ ਅਸੀਂ ਕੋਈ ਚੀਜ਼ ਕਰੀਏ, ਕੋਈ ਖੇਡ ਖੇਡਦੇ ਹੋਈਏ, ਅੱਜ ਕੱਲ੍ਹ ਫੋਨ ਹੀ ਆ ਗਏ, ਫੋਨਾਂ ਦੇ ਉੱਤੇ ਅਸੀਂ ਸਾਰੀ ਸਾਰੀ ਰਾਤ ਲੱਗੇ ਰਹੀਏ, ਮਨ ਕਿਤੇ ਅੱਕਦਾ ਨਹੀਂ। ਕੋਈ ਕਿਸੇ ਚੀਜ਼ ਦਾ ਮਨ ਦਾ ਕਿਤੇ ਇੱਧਰ ਉੱਧਰ ਕਿਤੇ ਖਿਆਲ ਨਹੀਂ ਜਾਂਦਾ, ਕੋਈ ਪਤਾ ਨਹੀਂ ਹੁੰਦਾ ਕਿ ਲਾਗੋਂ ਕੌਣ ਲੰਘ ਗਿਆ, ਕਿਸ ਤਰ੍ਹਾਂ। ਕੋਈ ਫਿਲਮ ਦੇਖਦੇ ਹਾਂ, ਕੋਈ ਐਸਾ ਪ੍ਰੋਗਰਾਮ ਕੋਈ ਚੱਲ ਰਿਹਾ ਹੈ, ਉਹਦੇ ਉੱਤੇ ਅਸੀਂ ਹੁੰਦੇ ਹਾਂ, ਅਤੇ ਜਰਾ ਜਿੰਨਾ ਮਨ ਨਹੀਂ ਇੱਧਰ ਉੱਧਰ ਹੁੰਦਾ, ਚਾਹੇ ਉਹ 2 ਘੰਟੇ 4 ਘੰਟੇ ਭਾਵੇਂ 6 ਘੰਟੇ ਬੈਠੇ ਰਹੀਏ। ਲੇਕਿਨ ਜਦੋਂ ਅਸੀਂ ਗੁਰੂ ਵਾਲੇ ਪਾਸੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਸਿਮਰਨ 'ਤੇ ਬੈਠੀਏ, ਸਿਮਰਨ 'ਤੇ ਬੈਠੀਏ, ਕਿਤੇ ਧਿਆਨ 'ਚ ਬੈਠੀਏ, ਸਤਸੰਗ ਦੇ ਵਿੱਚ ਬੈਠੀਏ, ਮਨ ਜਿਹੜਾ ਆ ਬਰੋ ਬਾਰ ਕਦੀ ਪਹਿਲੀ ਤਾਂ ਗੱਲ ਵੈਸੇ ਨਹੀਂ ਖਲੋਂਦਾ, ਨਹੀਂ ਤਾਂ ਨੀਂਦ ਹੀ ਆਈ ਜਾਊਗੀ। ਮਨ ਜਿਹੜਾ ਆ ਉਸੇ ਵੇਲੇ ਉਹ ਕਰਦਾ ਹੈ ਕਿ ਨਹੀਂ, ਮਨ ਲੱਗਣ ਨਹੀਂ ਦੇਣਾ ਉਧਰਲੇ ਪਾਸੇ ਉਹਨੇ। ਹੁਣ ਜਦੋਂ ਤੱਕ ਇਹਨੂੰ ਘੇਰ ਕੇ ਗੁਰੂ ਵਾਲੇ ਪਾਸੇ ਲਿਆਉਂਦੇ ਨਹੀਂ, ਗੱਲ ਨਹੀਂ ਬਣਦੀ। ਇਸ ਕਰਕੇ ਉਹਨੇ ਫਰਮਾਇਆ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਕਿਤੇ ਵੀ ਜਾਣ ਦੀ ਲੋੜ ਨਹੀਂ, ਉਹ ਅੰਮ੍ਰਿਤ ਤੁਹਾਡੇ ਅੰਦਰ ਹੀ ਹੈ, ਇਸ ਘਟ ਦੇ ਅੰਦਰ ਹੀ ਹੈ। ਫਰਮਾਇਆ ਹਰੀ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਜੋ ਕੁਛ ਹੈ ਸੋ ਘਟ ਮਾਹੀ, ਬਾਹਰ ਢੂੰਡੇ ਸੋ ਭਰਮ ਭੁਲਾਹੀ। ਕਹਿੰਦੇ ਬਾਹਰ ਭਰਮ ਹੀ ਭਰਮ ਹੈ, ਜੋ ਵੀ ਕੁਛ ਹੈਗਾ ਅੰਦਰ ਹੀ ਹੈ। ਹਾਂਜੀ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਅਵਗੁਣ ਛੋੜ ਗੁਣਾ ਕੋ ਤਾਵੋ, ਕਰ ਅਵਗੁਣ ਪਛਤਾਹੀ ਜੀਓ। ਸਰ ਆਪ ਸਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁਢਾਹੀ ਜੀਓ।
कि चाहे असी पाठ करते हैं, बाणी पढ़ते हैं, असी सत्संग सुनते हैं, कुछ भी फायदा की उस चीज़ का। क्यों बाणी च उन्होंने फरमाया कि पढ़ पढ़ गड्डी लदीए। असी अपना ज्ञान की नुमाइश तो बहुत लगाते हैं, हर कोई बहुत करता है कि भाई मैनू सब कुछ पता है, किसी को असी गल नहीं करन देंगे। लेकिन सतगुर की फरमाते ने कि बाणी पढ़ के, पाठ करके, वचन सुन के करना की सी, अपने अंदर सुधार करना सी। दुनिया वाले पासे तो बाद की गल है। सब तो पहला असी अपने घर की सफाई करते हैं, घर तो बाद असी बाहर गलियां या कोई किसी पासे जाने। जिहदे अपने घर च सफाई नहीं है, वो बाहर करी भी जाता है तो फायदा की उन्होंने, रहना तो उन्हें घर च ज़्यादा वा। इस करके फरमाया कि सर अवगुण छोड़ गुणा को ताहो, कर अवगुण पछताही जियो। कहते कि जे गुरु के पासे चलते हैं तो बई जो स्कूल बच्चा जाता है, एक पढ़िया लिखिया बच्चा, एक अनपढ़ बच्चा, दोनों एको जे काम करी जाते हैं, तो पढ़े लिखे का की फायदा। जे असीं अपने आप को गुरु वाले कहने तो फिर कुछ ना कुछ दुनिया नालों साडा फर्क होना चाहिए है। जे दुनिया निंदा चुगली करती है, असीं भी निंदा चुगली करते हैं। दुनिया गुस्सा क्रोध करके लोगों नाल करदी है, उस तरह असीं करते हैं। जिद्दां दुनिया फिक्र करी जाती है, असीं गुरु वाले होके भी टेंशन लई जाने हैं, फिर की फायदा होता। कहते एक म्यान में दो खड़ग, देखा सुना ना कान। एक ही चीज़ रहेगी, जां गुरु रहेगा जां दुनिया रहेगी। जे गुरु आ गया तो बई फिर किसी चीज़ का डर नहीं, कोई भी चीज़ डर नहीं अंदर रह सकता। इस करके फरमाया कि अवगुण छोड़ गुणा को ताओ। जे असी सत्संग कीर्तन बाणी कुछ भी करते हैं तो फिर सानू समझ आती है, रोज़ पढ़ते हैं, असी कभी समझिए उन्होंने वचनों को की फरमा के रहने। जे उन्होंने फरमाया कि रहनी निर्मल रखो, ना किसी नाल असी किसी को लेना देना नहीं, अपने कर्मां का सब कुछ लै रहे हैं, फिर कदे वास्ते ईर्खा दे विच पईए, क्यों किसी का माड़ा सोचीए। ये जिहड़े अवगुण कहते, अवगुण छोड़ गुणा को ताओ, गुणा नूं धारण करिए। तो फिर अगे कहते हैं असीं इंसान आ, किसी वेले कोई गलती हो भी जाती, कोई ऐसी गल नहीं। किसी वेले मन दे आके लग नहीं भी समझ लगती, कोई गलती हो ही जाती है, पर जे पता लग गया, गुरु वाले नूं पता लग जाता है कि मैं हुण गलती कर बैठा है। जे पता चल गया है तो उन्होंने फरमाया कि कर अवगुण पछताही जियो। जे अवगुण करके गलत करके भी असीं आकड़ी जाने, नहीं असीं नहीं, मैं गलत हो ही नहीं सकता, मैं गलती की नहीं, मैं गलती करता ही नहीं कभी भी, तो फिर एक ही है असीं गुरु वालों भी फिक्के पैंदे हैं। उन्होंने कहा कि कर अवगुण पछताही जियो। अगे फरमाया कि सर अवसर की सार ना जाने, फिर कीच बुढ़ाही जियो। कहते सतगुरां ने दया की है, समझ सारी बख्श दी है कि किहड़ा की चीज़ चंगी है, किहड़ी माड़ी, किनू नहीं पता। थोड़ा जिहा ध्यान दईए अपने अंदर, सानू सब नू पता है कि किहड़ा काम सही है, किहड़ा काम गलत है। लेकिन गुरु वाले होके असी फिर वही काम करते हैं, तो फिर वो कहते हैं कि बई चिक्कड़ दे विच जिस तरह बच्चा डुबकियां लाउंदा है, माँ प्यो तैयार करके आ नवा धो के बच्चे नूं तैयार करते हैं, वो फिर जाके चिक्कड़ च उदां ही लिबड़ जाता है। फिर वो कहता है कि बई फायदा कि मेरे कोलों भी उन्नी समैल आउंदी है, जिहदा माँ प्यो नहीं हैगा उहदे कोलों भी उन्नी आउंदी है। एक बच्चा यतीम है, एक बई माँ प्यो वाल जिहदा कोई सिर ते कोई है प्यो, तो जे दोनों की इक्को जी किद्दां हो सकती है। जे असीं अपने आप को कहने कि असीं कोई प्यो वाले हाँ, तो फिर बई थोड़ा जिहा अपना ध्यान रखिए। वो दया करते हैं, ऐसी कोई गल नहीं हैगी। सानू हर एक चीज़ खोल खोल के दसते हैं, पर सानू सब कुछ पता होंदियां भी असीं बार बार उही कर्म करते हैं, उही गलतियां करते हैं, फिर असीं गुरु वालों फिक्के पे ने। असीं कहने असीं तो सब कुछ करते हैं, गुरु ने साडा की कीता, परमात्मा ने की कीता, वाहिगुरू ने की कीता, साडे ते ख्याल ही नहीं रखिया, साडी मदद ही नहीं की। नहीं, ऐसा नहीं होंदा कभी। बई सब दे दिलों दी सब कुछ करता। कहते सानू बाहरों भी कुछ कहने की लोड़ नहीं, बिन बोले सब कुछ जानता किस आगे कीचे अरदास। लेकिन जदों सब कुछ कर करा के असीं उहदी सारी नहीं, तो फिर फायदा की होया? वह तां ही होएगा जे असी जो सतगुर दसते हैं वो नियम की पालना करिए, थोड़ा बहुता मन में मारीए। जिहड़े रस्ते वो कहते हैं औखे होके, जिस पिछले इतिहास पढ़ते हैं तो इतिहास के विच जिहड़े सिखां ने खुशी लई गुरु की, बई एवें लै ली किते, शीश दिए गुर मिले तो भी सस्ता जान।
ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਸਭ ਕੁਝ ਘਰ-ਬਾਰ ਕੁਰਬਾਨ ਕਰ ਦਿੱਤਾ, ਪਰ ਗੁਰੂ ਵਾਲੇ ਪਾਸਿਓਂ ਨਹੀਂ ਮਤਲਬ ਕਿਸੇ ਪਾਸੋਂ ਹਿੱਲਿਆ। ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਤੇ ਉਹਨਾਂ ਨੂੰ ਭਾਵੇਂ ਸੂਲੀਆਂ ਤੇ ਚੜਾ ਦਿੱਤਾ ਗਿਆ, ਚਾਹੇ ਬੰਦ ਕਟਵਾ ਕੇ ਦਿੱਤੇ ਗਏ, ਪਰ ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਉਹਨਾਂ ਦੇ ਚਿਹਰੇ ਦੇ ਉੱਤੇ ਉਹੀ ਲਾਲੀਆਂ ਰਹੀਆਂ। ਇਸ ਲਈ ਫਰਮਾਇਆ ਕਿ ਬਾਰ-ਬਾਰ ਚਿੱਕੜ ਦੇ ਵਿੱਚ ਨਹੀਂ ਡਿੱਗਣਾ। ਜੇ ਗੁਰੂ ਵਾਲੇ ਆ ਤੇ ਫਿਰ ਥੋੜ੍ਹਾ ਜਿਹਾ ਆਪਣਾ ਧਿਆਨ ਆਪ ਵੀ ਰੱਖੀਏ। ਹਾਂਜੀ, ਅੱਗੇ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਾਧ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਕਹਿੰਦੇ ਨੇ ਕਿ ਠੀਕ ਹੈ, ਇਹ ਬਾਹਰਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਸਾਨੂੰ ਮਦਦ ਵਾਸਤੇ ਹੈ। ਸਤਿਗੁਰਾਂ ਨੇ ਇੱਕ ਬੰਨੇ ਫਰਮਾਇਆ ਕਿ ਹਰੀ ਮੰਦਰ ਇਹ ਸਰੀਰ ਹੈ, ਉਹਨਾਂ ਦੀ ਬਾਣੀ 'ਚ ਲਿਖਿਆ ਹੈ, ਪਰ ਫਿਰ ਵੀ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਗੁਰਦੁਆਰੇ ਕਹਿੰਦੇ ਹਾਂ, ਮੰਦਰ ਕਹਿੰਦੇ ਹਾਂ, ਹਰ ਥਾਂ 'ਤੇ ਜਾਂਦੇ ਹਾਂ। ਬਈ ਜਿੱਥੋਂ ਵੀ ਮਦਦ ਮਿਲਦੀ ਹੈ ਕੋਈ ਗੱਲ ਨਹੀਂ ਹੈਗੀ, ਲੇਕਿਨ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ 'ਚ ਰੱਖਣਾ ਹੈ। ਕਿਸੇ ਨਾਲ ਅਸੀਂ ਬਹਿਸ ਵਸਾਈ ਨਹੀਂ ਕਰਨੀ। ਬਹਿਸ ਵਸਾਈ ਕਰਕੇ ਅਸੀਂ ਆਪਣੇ ਆਪ ਨੂੰ ਕੋਈ ਉੱਤਮ ਥੋੜ੍ਹਾ ਦੱਸਣਾ ਕਿ ਅਸੀਂ ਬੜੇ ਉੱਤਮ ਹਾਂ, ਅਸੀਂ ਬੜੇ ਗਿਆਨਵਾਨ ਹਾਂ, ਜਾਂ ਅਸੀਂ ਤੁਹਾਨੂੰ ਨਹੀਂ ਕੁਛ ਸਮਝਦੇ। ਨਹੀਂ, ਕਿਸੇ ਦੇ ਕਿ ਕਿਉਂ ਜਿੱਦਣਾ ਸੀ, ਪਰ ਆਪਣੇ ਅੰਦਰ ਉਸ ਵਚਨ ਨੂੰ ਸਮਝੀਏ। ਹੁਣ ਸਤਿਗੁਰਾਂ ਦੀ ਬਾਣੀ ਹੈ, ਕੋਈ ਆਪਣੇ ਕੋਲੋਂ ਤਾਂ ਕੋਈ ਕੁਛ ਕਰ ਨਹੀਂ ਰਿਹਾ। ਸਤਿਗੁਰਾਂ ਦੇ ਜੋ ਬਚਨ ਨੇ ਬਾਣੀ ਦੇ ਵਿੱਚ ਨੇ, ਅਸੀਂ ਸਾਰੇ ਪੜ੍ਹ ਸਕਦੇ ਹਾਂ। ਉਹਨੇ ਫਰਮਾਇਆ ਕਿ ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੇ ਜੀਓ। ਕਹਿੰਦੇ ਮੈਲ ਤੇ ਅੰਦਰ ਆ, ਦਿਲ ਦੇ ਅੰਦਰ ਇੱਕ ਮੈਲ, ਤੇ ਕਹਿੰਦੇ ਬਾਹਰ ਅਸੀਂ ਇਸ਼ਨਾਨ ਕਰਦੇ ਹਾਂ, ਤੀਰਥਾਂ 'ਤੇ ਵੀ ਜਾਂਦੇ ਹਾਂ, ਪਰ ਜੇ ਅੰਦਰ ਦੀ ਮੈਲ ਹੀ ਨਹੀਂ ਲੱਥ ਰਹੀ ਤੇ ਫਿਰ ਬਈ ਬਾਕੀ ਕੰਮਾਂ ਦਾ ਕੀ ਫਾਇਦਾ ਹੈ। ਜੇ ਇਸ਼ਨਾਨ ਕਰ ਕਰਕੇ ਵੀ ਫਿਰ ਅਸੀਂ ਉਹੀ ਕੰਮ ਪੁੱਠੇ ਕਰੀ ਜਾਂਦੇ ਹਾਂ, ਫਿਰ ਉਹੀ ਮੈਲ ਜਿਹੜੀ ਆ ਅਸੀਂ ਖਿਲਰੀ ਜਾਂਦੇ ਹਾਂ, ਤੇ ਕਹਿੰਦੇ ਕੋਈ ਫਾਇਦਾ ਨਹੀਂ ਹੈ। ਫਿਰ ਉਹਨੇ ਫਰਮਾਇਆ ਕਿ ਮੈਲ ਜਾਣੀ ਕਦ ਨਾ ਹੈ। ਮੈਂ ਕਿ ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਦਰ ਦੀ ਮੈਲ ਦੀ ਗੱਲ ਕੀਤੀ ਹੈ ਕਿ ਨਿਰਮਲ ਨਾਮ, ਉਹ ਜਿਹੜਾ ਨਾਮ ਜਿਹੜਾ ਸਤਿਗੁਰਾਂ ਦਾ, ਉਹਨੂੰ ਜਪੋ। ਅੰਤਰ ਕੀ ਗਤ ਤਾਹੀ ਜੀਓ, ਅੰਦਰ ਦੀ ਗਤੀ ਦਾ ਫਿਰ ਪਤਾ ਲੱਗੇਗਾ, ਅੰਦਰ ਦੀ ਮੈਲ ਤਾਂ ਹੀ ਲੱਥੇਗੀ। ਬਾਹਰ ਦੀ ਮੈਲ ਜਿਹੜੀ ਹੈ ਸਰੋਵਰਾਂ 'ਚ ਇਸ਼ਨਾਨ ਕਰਕੇ ਬਾਹਰਲੇ ਪਾਣੀ ਸਾਬਣ ਨਾਲ ਲੱਥ ਸਕਦੀ ਹੈ, ਲੇਕਿਨ ਅੰਦਰ ਦੀ ਮੈਲ ਦੀ ਗੱਲ ਉਹਨੇ ਕੀਤੀ ਹੈ, ਉਹ ਉਸ ਗੁਰੂ ਦੇ ਨਾਮ ਨਾਲ ਹੀ ਲੱਥਣੀ ਹੈ। ਸਤਿਗੁਰਾਂ ਦਾ ਨਾਮ ਜਪੀਏ, ਉਹਦੇ ਨਾਲ ਅੰਦਰ ਦੀ ਮੈਲ ਲੱਥੇਗੀ। ਗੁਰਮੁਖਾਂ ਦੀ ਸੰਗਤ ਕਰੀਏ ਤੇ ਉਹਦੇ ਨਾਲ ਸਾਡੀ ਸੰਗਤ ਦੇ ਨਾਲ ਰੰਗਤ ਆਏਗੀ, ਤੇ ਉਧਰਲੇ ਪਾਸੇ ਸਾਡਾ ਵਿਸ਼ਵਾਸ ਭਰੋਸਾ ਵਧੇਗਾ। ਹਾਂਜੀ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਪਾਵੇ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਹੁਣ ਫਰਮਾਇਆ ਕਿ ਪਹਿਲਾਂ ਫਰਮਾਇਆ ਕਿ ਨਿਰਮਲ ਨਾਮ ਜਪੋ ਸਤਿਗੁਰੂ। ਹੁਣ ਨਿਰਮਲ ਨਾਮ ਜਿਹੜਾ ਆ, ਸਤਿਗੁਰ ਨਿਰਮਲ ਕਿਉਂ ਕਿਹਾ? ਕਿਉਂਕਿ ਬਾਕੀ ਨਾਮ ਇੱਥੇ ਦੁਨੀਆ 'ਤੇ ਬਹੁਤ ਨੇ, ਪਰ ਇੱਕ ਉਸ ਪ੍ਰਭੂ ਦਾ ਨਾਮ ਹੀ ਨਿਰਮਲ ਹੈ। ਜੋ ਉਹਨਾਂ ਦਾ ਨਾਮ ਜਪਦਾ ਹੈ, ਉਹੀ ਕਹਿੰਦੇ ਅੰਦਰ ਦੀ ਮੈਲਾਂ ਉਹਦੀਆਂ ਲੱਥਦੀਆਂ ਨੇ, ਉਹਨੂੰ ਹੀ ਗੁਰੂ ਦਿਖਾਈ ਦਿੰਦਾ ਹੈ, ਉਹਨੂੰ ਹੀ ਪਰਮੇਸ਼ਵਰ ਦਾ ਮਿਲਾਪ ਹੁੰਦਾ ਹੈ। ਫਿਰ ਅੱਗੇ ਫਰਮਾਇਆ ਕਿ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਹੁਣ ਸਤਿਗੁਰੂ ਇਹਨਾਂ ਨੂੰ ਚੀਜ਼ਾਂ ਨੂੰ ਕੀ ਕਹਿ ਰਹੇ? ਕੂੜਾ। ਪਰ ਅਸੀਂ ਕੂੜਾ ਸਾਂਭ ਕੇ ਰੱਖਦੇ ਹਾਂ। ਬਾਹਰ ਵਾਲਾ ਕੂੜਾ ਤਾਂ ਅਸੀਂ ਡਸਟਬਿਨ ਲਗਾਏ ਨੇ ਵੱਡੇ ਵੱਡੇ, ਕਹਿੰਦੇ ਆ ਕਿ ਘਰ ਤੋਂ ਬਾਹਰ ਰੱਖੋ, ਅੰਦਰ ਮੱਛਰ ਆ ਜਾਂਦਾ ਹੈ, ਸਮੈਲ ਆਉਂਦੀ ਹੈ, ਬਈ ਇਹਨੂੰ ਬਾਹਰ ਰੱਖੀਏ।
पर जिहड़ी सतगुर फरमा रहे ने फरमाया कि पर हर लोभ निंदा कूड़ त्यागो। इन्हां चीज़ों को की क्या है, कूड़ा है। जे असीं अंदर रखांगे तो बई फिर समैल तो आनी आनी है, फिर असीं जो मर्जी करिए फिर मन शांति नहीं आऊगी। जे असीं गुरु के बचनों को नहीं मन्नांगे, नहीं समझांगे, तो जो मर्जी असीं कर लीए वो गल नहीं बनती। हाँ, जे गुरु का बचन समझ आ गया, मन लिया, तो फिर किसी भी होर चीज़ की लोड़ नहीं है। उन्होंने कि मेरा वैद गुरु गोबिंद है, वही डॉक्टर है, सब तो वड्डा है। हर एक चीज़ का उसको इलाज है, किहड़ी चीज़ है जिहड़ी उस तो बाहर है। लेकिन जदों सानू समझ ही नहीं लगती उन्होंने बचनों की, असीं समझना चाहते ही नहीं जा, तो फिर बई किस तरह गल बनेगी। हुण बाहरों मत्थे टेकी जाइए, किते भी टेकी जाइए, बाहरों मत्थे टेकी जाइए, परिक्रमा करी जाइए, प्रसाद लई जाइए, प्रसाद चढ़ाई जाइए, जो मर्जी करिए, पर जो गुरु का वचन ही नहीं मानते तो की होएगा। असीं कुछ ना करिए, कोई काम ना करिए, असीं किते भी जाण की लोड़ नहीं, कुछ भी करन की लोड़ नहीं। हाँ, गुरु का वचन अपने हिरदे च संभाल के मन्नीए, घर बैठ के मन लीए, सतगुरों की दया कृपा मिलेगी। इस करके उन्होंने फरमाया कि ये जिहड़ा कूड़ा है, लोभ निंदा चुगली जो है कूड़ा है, इन्हों कहते त्यागो। अगे क्या कि सच गुर बचनी फल पाही जियो। जो ये कूड़ा असीं त्यागांगे तो फिर वो सच जो उन्होंने फरमाया कि आद सच जुगाद सच है भी सच नानक होसी भी सच। जिस बारे वो वचन कीते ने वो ये हिरदे दे विच फिर आएगा, हिरदे के अंदर प्रगट होएगा, है तो अंदर ही, पर जो प्रगट होएगा तो फिर इनू क्या कि वो जिहड़ा फलों की प्राप्ति होएगी। जो गुरु वचन करता है वो समझ लगेगी। अगे फरमाया ज्यों भावे त्यों राखो हरजन जन नानक शब्द सलाही जी। सतगुरां दे चरनां च बेनती की, फरियाद की कि सतगुरु जी मैनू कोई समझ नहीं, असीं तुहाडे अनजान बच्चे हैं, चलना चाहुंदे हैं, समझ भी लगती है पर हुंदा नहीं साडे कोल कुछ, कृपा करो। ज्यों भावे त्यों राखो, जिस तरह का तुसीं बनाउणा चाहुंदे हो, जिस तरह तुसीं चलाउणा चाहुंदे हो, तुसीं कृपा करके उस तरह ही कर लो, क्योंकि साडा कोई जोर नहीं। बहुत कोशिशां करते हैं फिर फेल हो जाते हैं। तो फरमाया कि जो भावे त्यों राखो हर जियो जन नानक शब्द सलाही जियो, कि सतगुरु जी कृपा करो, दया करो, जो भी करना कर लो, पर ये जिहड़ा मन जिहड़ा है ये गुरु की शब्द ਉਹਦੇ बारे ही गल करे, ਉਹਦੀ ही सिफत सलाह करे, होर कोई निंदा चुगली इधर उधर की करके एवं कर्म ना बनावे। तो सतगुरु दया कृपा करन। बचन तो उन्होंने सारे ही बड़े कीमती है, कोई भी वचन उन्होंने लवांगे। हजूर ने कई बार वचन फरमाने कि बई बाणी का एक एक वचन उन्होंने कहना जे करोड़ करोड़ रुपया भी अं मुल लाइए तो एक एक लफ्ज़ का मुल फिर भी थोड़ा, लेकिन ये किन्ना वास्ते है जिन्होंने समझ लग गई, दूसरे वास्ते तो कुछ भी नहीं है। तो सतगुर कृपा करन, दया करन, सानू समझ बख्शण, उन्होंने वचनों की समझ लग जाए और मन मत छड्ड के असीं उन्होंने वचनों के उत्ते चल पईए तो उन्होंने दया कृपा नाल वो जिहड़ा स्वरूप है, उन्होंने गुरु का असली स्वरूप है, वह सानू पता लग जाए। सतगुर दया कृपा करन, सब दी हाजरियां मंजूर करन, सब ते कृपा बनाई रखन। राधा स्वामी।